ਸੁਖਮਨੀ ਸਾਹਿਬ ਅਸ਼ਟਪਦੀ 10ਵੀਂ ਸ਼ਲੋਕ। ਉਸਤਤ ਕਰੀ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ। ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨਕ ਪ੍ਰਕਾਰ। ਇਹ ਸਾਰੀ ਅਸ਼ਟਪਦੀ ਭਾਈ ਰਚਨਾ ਦੀ ਹੈ। ਆਪਾਂ ਦੋ ਹੀ ਪੱਖ ਵਿਚਾਰਨੇ ਨੇ। ਆਪਾਂ ਕਿਵੇਂ ਕਿਵੇਂ ਕੁਦਰਤ ਨੇ ਰਚੀ ਹੈ, ਉਹੀ ਤਾਂ ਆਪਾਂ ਨੂੰ ਗੁਰਬਾਣੀ ਗਿਆਨ ਕਰਾ ਰਹੀ ਹੈ। ਕਿਵੇਂ ਕਿਵੇਂ ਆਪਣਾ ਛੁਟਕਾਰਾ ਹੋਣਾ, ਕਿਵੇਂ ਕਿਵੇਂ ਕੋਈ ਲੱਗਿਆ ਹੋਇਆ ਵਾ। ਇਹ ਸਾਰਾ ਕੁਛ ਹੋ ਤਾਂ ਹੁਕਮ 'ਚ ਹੀ ਰਿਹਾ ਵਾ, ਪਰ ਸਾਡੇ ਮਨ ਬੁੱਧੀ ਨੂੰ, ਸੰਸਾਰੀ ਨੂੰ ਗਿਆਨ ਨਹੀਂ, ਇਸ ਕਰਕੇ ਅਸੀਂ ਮੰਨਦੇ ਨਹੀਂ ਹੈਗੇ। ਅਸੀਂ ਹੁਕਮ ਦਾ ਵਿਰੋਧ ਕਰਦੇ ਹਾਂ। ਉਹੀ ਸਾਡਾ ਜੰਮਣਾ ਮਰਨਾ ਵਾ। ਉਸ ਤਾਂ ਕਰਦੇ ਹਾਂ ਸਾਰੇ, ਆਪਦੀ ਬੁੱਧ ਅਨੁਸਾਰ ਕਰਦੇ ਹਾਂ। ਮੀਂਹ ਪੈ ਜਾਂਦਾ, ਬਨਸਪਤੀ ਉਸਤਤ ਕਰਦੀ ਹੈ, ਖੁਸ਼ ਹੋ ਜਾਂਦੀ ਹੈ, ਖਿੜ ਜਾਂਦੀ ਹੈ। ਇਵੇਂ ਅਸੀਂ ਸੰਸਾਰੀ ਜੀਵ ਹਾਂ, ਮਾਇਆ ਧਾਰੀ ਹਾਂ। ਮਾਇਆ ਮਿਲ ਜਾਂਦੀ ਹੈ, ਮਾਇਆ ਖੁਸ਼ ਹੋ ਜਾਂਦੇ। ਜਦੋਂ ਕੋਈ ਦੁੱਖਾਂ ਦਾ ਪਹਾੜ ਟੁੱਟਦਾ, ਫਿਰ ਅਸੀਂ ਰੋਣ ਲੱਗ ਜਾਂਦੇ ਹਾਂ। ਇਹ ਰਚਨਾ ਕੁਦਰਤ ਨੇ ਰਚੀ ਹੈ, ਹੁਕਮ ਨੇ। ਇਹ ਤਾਂ ਬਹੁਤ ਵਧੀਆ ਨਾਲ ਰਚੀ, ਆਪਾਂ ਨਹੀਂ ਸਮਝ ਸਕਦੇ। ਆਪਣੀ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ ਇਹ। ਆਪਾਂ ਇਹਨੂੰ ਸਮਝਣਾ ਵਾ, ਸਮਝਣਾ, ਉਹ 'ਚੋਂ ਗਿਆਨ ਪੈਦਾ ਹੋਊ। ਗਿਆਨ ਨਾਲ ਫਿਰ ਇਹ ਖੇਲ ਬੁੱਝੀ ਜਾਣੀ ਹੈ। ਧਿਆਨ ਦੀ ਦੁਨੀਆ 'ਚ ਪਹੁੰਚਣਾ ਆਪਾਂ। ਕਿਵੇਂ ਕਿਵੇਂ ਰਚੀ ਆ ਉਹਨੇ ਰਚਨਾ, ਕਿਵੇਂ ਕਿਵੇਂ ਜੀਵ ਜੀ ਰਹੇ ਨੇ, ਕਿਵੇਂ ਕਿਵੇਂ ਆ ਰਹੇ ਨੇ, ਕਿਵੇਂ ਕਿਵੇਂ ਜਾ ਰਹੇ ਨੇ, ਉਹੀ ਤਾਂ ਆਪਾਂ ਵਿਚਾਰਨਾ ਵਾ। ਉਹੀ ਸਤਿਗੁਰ ਸਮਝਾਉਂਦੇ ਨੇ ਸ਼ਲੋਕ ਦੇ ਵਿੱਚ ਆਪਾਂ ਨੂੰ। ਉਸਤਤ ਕਰੀ ਅਨੇਕ ਜਨ, ਅੰਤ ਨ ਪਾਰਾਵਾਰ। ਕਰਦੀ ਹੈ ਸਾਰੀ ਦੁਨੀਆ ਉਸਤਤ। ਆਪਦੇ ਧਰਮ ਜਿਹੜੇ ਬਣੇ ਨੇ ਵੱਡੇ ਧਰਮ, ਆਪਦੇ ਆਪ ਨੂੰ ਉਹ ਵੀ ਉਸਤਤ ਕਰਦੇ ਨੇ, ਪਰ ਉਹ ਆਪਦੀ ਮੱਤ ਅਨੁਸਾਰ ਕਰਦੇ ਨੇ। ਜਿੰਨੀ ਕਿਸੇ ਨੂੰ ਕੁਦਰਤ ਨੇ ਬੁੱਧੀ ਬਖਸ਼ੀ ਆ, ਉਹਦੇ ਹਿਸਾਬ ਨਾਲ ਕਰਦੇ ਨੇ। ਪਰ ਇੱਥੇ ਆਪਾਂ ਗੁਰ ਕੀ ਮੱਤ ਲੈ ਕੇ ਉਸਤਤ ਕਰਨੀ ਆ। ਅੱਗੇ ਆ ਜਾਣਾ ਆਪਾਂ ਨੂੰ, ਤੁਮਰੀ ਉਸਤਤ ਤੁੰਬਤੇ ਹੋਏ, ਨਾਨਕ ਅਵਰ ਨਾ ਜਾਣਸ ਕੋਈ। ਜਦੋਂ ਮਨ ਬੁੱਧੀ ਆਪਦੇ ਮੂਲ ਹਰ ਦਾ ਦਰਸ਼ਨ ਕਰ ਲੈਂਦੇ ਨੇ, ਉਹ 'ਚ ਲੈ ਹੋ ਜਾਂਦੇ ਨੇ, ਉਸ ਤੋਂ ਬਾਅਦ ਹਰ ਦੀ ਉਸਤਤ ਹੁੰਦੀ। ਬਾਣੀ ਹਰ ਕਥਾ ਹੈ, ਸਭ ਤੋਂ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲੱਥਾ। ਨਾਮ ਨੂੰ ਸੁਣਦੇ ਸਮਝੀ ਤਾਂ ਸਾਡਾ ਸੰਸਾਰੀ ਛੁਟਕਾਰਾ ਹੋ ਜਾਂਦਾ, ਜੰਮਣ ਮਰਨ ਕੱਟਿਆ ਜਾਂਦਾ। ਐਸਾ ਗਿਆਨ ਹੈ ਇਹ, ਸਾਨੂੰ ਮੁਕਤੀ ਮਿਲ ਜਾਂਦੀ ਹੈ। ਪਿੱਛੇ ਵੀ ਆਪਾਂ ਵਿਚਾਰਿਆ ਸੀ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਇਹ ਪਹਿਲੇ ਪਦਾਰਥ ਆਪਾਂ ਨੂੰ ਗੁਰੂ ਗਿਆਨ ਨਾਲ ਇਹ ਸਾਰੀ ਖੇਲ ਸਮਝ ਆਉਣੀ ਆ। ਗਿਆਨ ਕਿਵੇਂ ਹੋਊ? ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਸਾਨੂੰ ਇਹ ਖੇਲ ਨਹੀਂ ਸਮਝ ਆਉਣੀ। ਜਿੰਨਾ ਕੁ ਆਪਾਂ ਨੂੰ ਗੁਰੂ ਭਗਤ ਸਾਹਿਬਾਨਾਂ ਨੇ ਸਮਝਾਇਆ, ਜਿੰਨੀ ਕੁ ਆਪਾਂ ਨੂੰ ਸਮਝ ਆਈ, ਆਪਾਂ ਰਚਨਾ ਬਾਰੇ ਹੁਣ ਆਪਾਂ ਵਿਚਾਰਨਾ ਵਾ ਅਠਪਦੀਆਂ ਦੇ ਵਿੱਚ। ਪਹਿਲਾਂ ਇਸ ਸ਼ਲੋਕ ਦੇ ਨਾਲ ਆਪਾਂ ਯੁੱਗਾਂ ਦਾ ਵੇਰਵਾ ਲੈ ਲੈਂਦੇ ਹਾਂ, ਜਿਹੜੇ ਯੁੱਗਾਂ ਬਾਰੇ ਭਰਮ ਹੈ ਆਪਣੇ ਅੰਦਰ। ਯੁੱਗ ਤੋਂ ਭਾਵ ਹੁੰਦਾ ਸਮਾਂ। ਆਤਮਾ ਜਿਵੇਂ ਜਿਵੇਂ ਸਫ਼ਰ ਤੈਅ ਕਰਦੀ ਆਉਂਦੀ ਆ, ਉਹ ਅਵਸਥਾ ਦੇ ਨਾਂ ਨੇ। ਉਹਨੂੰ ਜੋ ਸਮਾਂ ਕਹਿ ਲਈਏ ਆਪਾਂ। ਜਿਵੇਂ ਪਿੱਛੇ ਆਪਾਂ ਪ੍ਰਚਲਿਤ ਮੱਤਾਂ ਸੁਣਦੇ ਆਏ ਹਾਂ, ਹੁਣ ਵੀ ਲੋਕ ਸੁਣਦੇ ਨੇ, ਸਮਝਦੇ ਨੇ। ਉਹ ਜਿੰਨਾ ਕੁ ਉਹਨਾਂ ਨੂੰ ਗਿਆਨ ਆ, ਜਿੰਨਾ ਕੁ ਆਪਾਂ ਨੂੰ ਸੀਗਾ ਵੀ ਤ੍ਰੇਤੇ 'ਚ ਰਾਮ ਆਇਆ, ਦੁਆਪਰ 'ਚ ਕ੍ਰਿਸ਼ਨ ਆਇਆ, ਆਹ ਕਲਯੁੱਗ ਹੈ, ਉਹਦੇ ਬਾਰੇ ਬੜੀਆਂ ਕਹਾਣੀਆਂ ਨੇ। ਹੋਰ ਆਪਣਾ ਵਿਸ਼ਾ ਨਹੀਂ ਹੈਗਾ, ਉਹ ਆਪਾਂ ਸਾਰੇ ਕਰ ਆਏ ਹਾਂ। ਹੁਣ ਆਪਾਂ ਸਮਝਣਾ ਵਾ ਇਹ ਹੈ ਕੀ ਹੈ, ਪਰ ਇਹ ਗੁਰ ਕੀ ਮੱਤ ਨਾਲ ਆਪਾਂ ਨੂੰ ਸਮਝ ਆਉਣਾ ਵਾ। ਹੁਣ ਜਿਹੜੀ ਸੰਸਾਰੀ ਮੱਤਾਂ, ਉਹ ਤਾਂ ਇਹ ਕਹਿੰਦੀਆਂ ਸਤਿਯੁਗ ਹੈ ਹੀ ਨਹੀਂ ਗਾ। ਫਿਰ ਸ੍ਰਿਸ਼ਟੀ ਨੂੰ ਕੌਣ ਚਲਾ ਰਿਹਾ? ਉਹੀ ਤਾਂ ਬਾਣੀ ਆਪਾਂ ਨੂੰ ਸੱਚ ਦਾ ਗਿਆਨ ਕਰਾ ਰਹੀ ਹੈ। ਪ੍ਰਿਥਵੀ ਵਸਿਆ ਸੱਤ ਕਾ ਖੇੜਾ। ਪਹਿਲੇ ਸੱਤ ਦਾ ਖੇੜਾ ਹੁੰਦਾ, ਸਾਰੇ ਜੀਵ ਸੱਤ ਹੁੰਦੇ, ਸੱਤ ਨਾਲ ਜੁੜੇ ਹੁੰਦੇ ਨੇ। ਸੰਸਾਰ ਰਚਨਾ ਜਦੋਂ ਹੁੰਦੀ ਨਹੀਂ, ਸਾਰੇ ਸੱਤ ਨਾਲ ਜੁੜੇ ਹੁੰਦੇ ਨੇ। ਉਹੀ ਲੈਂਦੇ ਆਪਾਂ ਆਸਾ ਦੀ ਵਾਰ। ਸਤਿਗੁਰ ਸਮਝਾਉਂਦੇ ਯੁੱਗਾਂ ਬਾਰੇ ਆਪਾਂ ਚੰਗੀ ਤਰ੍ਹਾਂ ਸਮਝ ਲਈਏ। ਯੁੱਗ ਕੀ ਹੁੰਦਾ? ਯੁੱਗ ਹੁੰਦਾ ਸਮਾਂ। ਜਿਵੇਂ ਜਿਵੇਂ ਆਤਮਾ ਉਹ ਅਵਸਥਾ 'ਚ ਆਉਂਦੀ ਆ, ਉਵੇਂ ਆਪਾਂ ਵਾਪਸ ਜਾਣਾ ਵਾ। ਤ੍ਰੇਤਾ ਕੀ ਹੈ, ਸਤਿਯੁਗ ਕੀ ਹੈ, ਦੁਆਪਰ ਕੀ ਹੈ, ਕਲਯੁੱਗ ਕੀ ਹੈ, ਉਹੀ ਆਪਾਂ ਵਿਚਾਰਨਾ ਵਾ। ਆਸਾ ਦੀ ਵਾਰ ਸਤਿਗੁਰਾਂ ਦੇ ਬਚਨ ਲਈ ਆਪਾਂ ਸ਼ਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਕਰਤਵਾ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਹੇ। ਕੌਣ ਪੁੱਛਦੇ ਨੇ? ਜਿਨ੍ਹਾਂ ਨੂੰ ਗਿਆਨ ਹੋ ਜਾਂਦਾ। ਫਿਰ ਇਹ ਸਮਾਂ ਤਾਂ ਵਟਾਇਆ ਜਾਂਦਾ, ਲਿਖਿਆ ਹੈ ਸਤਿਗੁਰਾਂ ਨੇ। ਫਿਰ ਇੱਥੇ ਤਾਂ ਯੁੱਗਾਂ ਨੂੰ ਫਾਈਨਲ ਕਰ ਦਿੱਤਾ ਗਿਆ ਵਾ। ਨਹੀਂ ਭਾਈ, ਇਹ ਅਵਸਥਾ ਦੇ ਨਾਂ ਨੇ, ਸਮੇਂ ਦੇ ਨਾਂ ਨੇ। ਨਾਨਕ ਮੇਰ ਸਰੀਰ ਕਾ, ਮੇਰ ਸਰੀਰ
ਅੰਤਰਦੇਹੀ ਦਾ ਸਰੀਰ ਕੀ ਆ, ਇੱਕ ਰੱਥ। ਜਿਵੇਂ ਅਸੀਂ ਸਰੀਰ ਨੂੰ ਚਲਾ ਰਹੇ ਹਾਂ, ਸਾਡੇ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਹੈ। ਜਿਵੇਂ ਅਸੀਂ ਤਾਂਗੇ ਨੂੰ ਹੱਕ ਰਹੇ ਹਾਂ ਜਾਂ ਬਲਦਾਂ ਨੂੰ ਹੱਕ ਰਹੇ ਹਾਂ, ਇਵੇਂ ਸਾਡੇ ਪਿੱਛੇ ਇੱਕ ਸ਼ਕਤੀ ਕੰਮ ਕਰਦੀ, ਜਿਹਨੂੰ ਬਾਣੀ ਵਿੱਚ ਹੁਕਮ ਕਿਹਾ ਵਾ, ਕੁਦਰਤ ਕਹਿ ਲਈਏ। ਹੁਕਮੇ ਅੰਦਰ ਸਭ, ਬਾਹਰ ਹੁਕਮ ਨਾ ਕੋਈ। ਉਹ ਰੱਥ ਹੈ ਕਰਤਵਾਓ, ਚੱਲਣ ਵਾਲਾ। ਯੁੱਗ ਯੁੱਗ ਫੇਰ ਬਟਾਈਏ, ਗਿਆਨੀ ਬੁੱਝੇ ਤਾਂ। ਜਦੋਂ ਗੁਰ ਸ਼ਬਦ 'ਚੋਂ ਸਾਨੂੰ ਗਿਆਨ ਹੁੰਦਾ, ਫਿਰ ਸਾਨੂੰ ਇਹ ਯੁੱਗਾਂ ਦੀ, ਇਸ ਸਮੇਂ ਦੀ ਆਤਮਾ ਕਿਵੇਂ ਆਉਂਦੀ ਹੈ, ਰਚਨਾ ਕਿਵੇਂ ਹੋਈ, ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ ਇੱਕ ਦਾ। ਜਦ ਤੱਕ ਆਪਾਂ ਇੱਕ ਨਹੀਂ ਹੁੰਦੇ, ਸਾਨੂੰ ਸੱਚ ਦਾ ਗਿਆਨ ਨਹੀਂ ਹੋ ਸਕਦਾ। ਅਸੀਂ ਅਰਥਾ ਰਹੇ ਹਾਂ ਬਾਣੀ ਨੂੰ ਆਪਣੀ ਆਪਣੀ ਬੁੱਧੀ ਨਾਲ। ਜਦ ਤੱਕ ਸਾਨੂੰ ਸ਼ਬਦ ਦੀ ਸ਼ਬਦ ਗਿਆਨ ਨਹੀਂ ਹੁੰਦਾ, ਸ਼ਬਦ ਦਾ ਭੇਦ ਨਹੀਂ ਸਾਨੂੰ ਆਉਂਦਾ, ਸ਼ਬਦ ਦੀ ਚਾਲ ਕੀ ਹੈ, ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ, ਨਹੀਂ ਸਾਨੂੰ ਪ੍ਰਾਪਤੀ ਹੋਣੀ। ਇਹੀ ਤਾਂ ਆਪਾਂ ਕਰਨੀ ਹੈ ਪ੍ਰਾਪਤੀ। ਇਹਦੀ ਖਾਤਰ ਤਾਂ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਆ। ਇੱਥੋਂ ਹੁਣ ਯੁੱਗ ਸ਼ੁਰੂ ਹੁੰਦੇ ਆ। ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ। ਸਤਯੁਗ ਕੀ ਹੈ? ਸੱਚਖੰਡ। ਉਹ ਸਮਾਂ ਜਿਹੜਾ ਹੈਗਾ, ਸਾਰੇ ਜੀਵ ਸੰਤੋਖ ਚਾਹੁੰਦੇ ਨੇ। ਜੇ ਆਪਾਂ ਭਗਤ ਨਾਮਦੇਵ ਜੀ ਦਾ ਵੀ ਸ਼ਬਦ ਲਈਏ, ਪਹਿਲਪੁਰੀਏ ਪੁੰਡਰਕ ਜਨਾ, ਜਿਹੜੀ ਪਹਿਲਪੁਰੀ ਆ ਜਾਂ ਸਤਯੁਗ ਹੈ, ਜੋ ਪਹਿਲੀ ਸਾਡੀ ਸੱਚਖੰਡ ਦੀ ਅਵਸਥਾ ਵਾ, ਕੰਬਲ ਵਾਂਗੂ ਸਾਰੇ ਖੇੜੇ ਹੁੰਦੇ। ਪੁੰਡਰਕ ਤੋਂ ਭਾਵ ਕੰਬਲ। ਸਾਰੇ ਜਿਹੜੇ ਜਿਹੜੀਆਂ ਆਤਮਾ ਹੁੰਦੀਆਂ ਸੱਚ ਨਾਲ ਜੁੜੀਆਂ ਹੁੰਦੀਆਂ ਨੇ, ਸੰਤੋਖ 'ਚ ਹੁੰਦੀਆਂ ਨੇ। ਧਰਮ ਅੱਗੇ ਰਥਵਾ, ਧਰਮ ਅੱਗੇ ਹੁਕਮ 'ਚ ਹੁੰਦੀਆਂ ਨੇ। ਹੁਕਮ ਦੀ ਰਥਵਾਈ ਹੈ, ਸਾਰੇ ਇੱਕ ਹੁੰਦੇ ਨੇ। ਜਦੋਂ ਉੱਥੋਂ ਟੁੱਟਦੇ ਹਾਂ ਅਸੀਂ, ਹੁਕਮ ਨਾਲੋਂ ਸ੍ਰਿਸ਼ਟੀ ਸਾਜੀ ਜਾਂਦੀ ਹੈ। ਫਿਰ ਤ੍ਰੇਤਾ ਆਉਂਦਾ। ਰਾਮ ਕਹਿੰਦੇ ਨੇ ਵੀ ਤ੍ਰੇਤੇ 'ਚ ਰਾਮ ਆਇਆ। ਤ੍ਰੇਤੇ ਦਾ ਮਤਲਬ ਕਮੀ ਆ ਗਈ ਸਾਡੇ 'ਚ। ਇੱਥੇ ਕੀ ਸਮਝਾਇਆ ਗਿਆ ਆਪਾਂ ਨੂੰ ਸਤਿਗੁਰ ਨੇ? ਤ੍ਰੇਤੇ ਰਥ ਜਤੇ ਕਾ ਜੋਰ ਅੱਗੇ ਰਥਵਾ। ਤ੍ਰੇਤੇ ਦੇ ਵਿੱਚ ਯਤਨ ਹੈ, ਯਤਨ ਕਰ ਰਿਹਾ, ਹੁਕਮ ਨਾਲੋਂ ਟੁੱਟ ਗਿਆ। ਜਿਹੜਾ ਸੰਤੋਖ ਸੀਗਾ ਟੁੱਟ ਗਿਆ, ਹੁਕਮ ਨਾਲ ਟੁੱਟਣ ਨਾਲ ਹੀ ਯਤਨ ਸ਼ੁਰੂ ਹੋ ਗਿਆ। ਸਰੀਰ ਨਹੀਂ ਹੈਗਾ, ਉਹਨੂੰ ਦੇਵਲੋਕ ਕਹਿੰਦੇ ਆ ਬਾਣੀ। ਦੇਵਲੋਕ 'ਚੋਂ ਹੁਕਮ ਹੁੰਦਾ ਆਪਾਂ ਨੂੰ। ਜਿਵੇਂ ਦੂਜੀਆਂ ਮੱਤਾਂ ਨੇ ਵੀ ਕਿਹਾ 33 ਕਰੋੜ ਦੇਵਤੇ ਨੇ, ਉੱਥੇ ਕਿਹੜਾ ਕਿਸੇ ਨੇ ਗਿਣਤੀ ਕੀਤੀ ਹੈ? ਜੋਤ ਦੀ ਗਿਣਤੀ ਕਿਵੇਂ ਕਰਾਂਗੇ ਅਸੀਂ? ਆ ਸੰਸਾਰ ਦੀ ਨਹੀਂ ਹੁੰਦੀ, ਉੱਥੇ ਕਿਵੇਂ ਹੋ ਜਾਊਗੀ? ਪਰ ਫਿਰ ਵੀ ਬਹੁਤ ਝੂਠ ਬੋਲਿਆ ਗਿਆ। ਆਪਾਂ ਸੱਚ ਵਿਚਾਰਨਾ। ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਨੇ? ਤ੍ਰੇਤੇ ਰਥ ਜਤੇ ਕਾ ਜੋਰ ਅੱਗੇ ਰਥਵਾ। ਯਤਨ ਹੋ ਰਿਹਾ, ਬੇਨਤੀ ਹੋ ਰਹੀ ਹੈ ਕਿ ਸਾਨੂੰ ਮਨੁੱਖਾ ਦੇਹੀ ਮਿਲੇ। ਇਸ ਦੇਹੀ ਕੋ ਤਰਸੇ ਦੇਵ ਦੇਹੀ ਭਜ ਹਰ ਕੀ ਸਾਹਿਬ। ਜਿਹੜੀ ਆਪਾਂ ਦੇਹੀ ਦੀ ਕਦਰ ਨਹੀਂ ਕਰਦੇ, ਇਹਨੂੰ ਕੌਡੀ ਬਦਲੇ ਜਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਕਿੱਡੀ ਭਾਗਾਂ ਨਾਲ ਸਾਨੂੰ ਮਿਲੀ ਹੈ। ਜਿਵੇਂ ਖਿਲਾੜੀ ਖੇਲਦੇ ਨੇ ਵੀ ਹੁਣ ਨਹੀਂ ਗਲਤੀ ਕਰਨੀ, ਹੁਣ ਨਹੀਂ ਆਊਟ ਹੋਣਾ, ਫਿਰ ਅਸੀਂ ਗਲਤੀ ਕਰ ਲੈਂਦੇ। ਇਵੇਂ ਜੀਵ 84 ਲੱਖ ਦਾ ਗੇੜਾ ਕੱਢ ਕੇ ਆਉਂਦਾ ਵੀ ਹੁਣ ਗਲਤੀ ਨਹੀਂ ਕਰਨੀ, ਆਪਦੇ ਘਰ ਪਹੁੰਚਣਾ। ਇੱਥੇ ਆ ਕੇ ਫਿਰ ਭੱਜ ਜਾਂਦਾ ਵਾ। ਭੁੱਲਿਆਂ ਗੁਰ ਦੇ ਸਮਝਾਏ, ਹੁਣ ਗੁਰ ਦੀ ਕਿਰਪਾ ਲੈਣੀ ਆ, ਆਪਾਂ ਵਾਪਸ ਕਰ ਜਾਣਾ ਆਪਦੇ। ਉਹ ਤ੍ਰੇਤਾ ਵਾ। ਤ੍ਰੇਤੇ 'ਚ ਹੁਕਮ ਹੋਇਆ। ਤ੍ਰੇਤੇ ਦੇ ਵਿੱਚ ਹੈ ਤਾਂ ਹੁਕਮ ਦੇ ਵਿੱਚ ਹੀ ਹੈ। ਸਾਡਾ ਹੁਕਮ ਕੋਈ ਨਹੀਂ, ਹੁਕਮ ਦਾ ਹੀ ਵਾਸਾ ਵਾ। ਸਾਰੀ ਸ੍ਰਿਸ਼ਟੀ ਹੁਕਮ ਨੇ ਸਾਜੀ ਜਾਂਦੀ ਹੈ। ਨਾਮੇ ਉਤਪਤ ਨਾਮੇ ਪਰਲੋ। ਨਾਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨੇ ਸਮਾਪਤੀ ਹੁੰਦੀ ਹੈ। ਤ੍ਰੇਤੇ ਤੋਂ ਬਾਅਦ ਆ ਗਿਆ ਦੁਆਪਰ। ਦੁਆਪਰ ਰਥ ਤਪੇ ਕਾ। ਸੱਤ ਅੱਗੇ ਰਥਵਾ। ਸੱਤ ਹੁਕਮ ਦਾ ਰਥਵਾਹੀ ਹੈ, ਹੁਕਮ ਅੱਗੇ ਚੱਲ ਰਿਹਾ ਵਾ। ਦੁਆਪਰ ਗਰਭ 'ਚ ਆ ਗਿਆ। ਦੁਆਪਰ ਮਨ ਕਾਲਾ ਹੋ ਗਿਆ, ਸਰੀਰ ਨਾਲ ਜੁੜ ਰਿਹਾ ਵਾ, ਤਪ ਸ਼ੁਰੂ ਹੋ ਗਿਆ। ਬਹੁਤ ਲੋਕ ਕਹਿੰਦੇ ਗਰਭ ਦੇ ਵਿੱਚ ਤਪ ਕਰਦਾ। ਨਹੀਂ ਭਾਈ, ਤਪ ਨਹੀਂ ਕਰਦਾ, ਸਰੀਰ ਬਣਾ ਰਿਹਾ। ਬਿਨ ਭਗਤ ਜੀ ਸਮਝਾਉਂਦੇ ਨੇ, ਬੇਣੀ ਭਗਤ ਜੀ, ਰੇ ਨਰ ਗਰਭ ਕੁੰਡਲ ਜਬਾਵਤ ਉਰਦ ਧਿਆਨ ਲਿਵ ਲੱਗਾ। ਧਿਆਨ ਤਾਂ ਲੱਗਿਆ ਹੋਇਆ, ਪਰ ਸਰੀਰ ਬਣਾ ਰਿਹਾ ਵਾ। ਸਰੀਰ ਕਿਹਨੇ ਬਣਾ ਰਿਹਾ? ਹੁਕਮ ਨਾਲ ਜੁੜ ਕੇ। ਉੱਥੇ ਦੀ ਰੱਖਿਆ ਹੋ ਰਹੀ ਹੈ। ਆਪਾਂ ਪਿੱਛੇ ਵੀ ਅਸ਼ਟਪਦੀ ਕੀਤੀ ਹੈ। ਜੇਂਤੂ ਸਾਸ ਸਵਾਰ ਸੰਗਾਰਿਆ, ਗਰਭ ਅਗਨ ਮੇ ਜਿਨੇ ਵਾਰਿਆ। ਉੱਥੋਂ ਫਿਰ ਜਨਮ ਲੈ ਕੇ ਬਾਹਰ ਆ ਗਿਆ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਹੁਣ ਕਿਹਦੇ ਨਾਲ ਜੁੜਿਆ ਸੀ? ਕੂੜ, ਝੂਠ ਸੰਸਾਰ ਨਾਲ ਜੁੜ ਕੇ। ਹੁਣ ਝੂਠ ਦੀ ਰਥਵਾਈ ਹੈ, ਝੂਠ ਦਾ ਸਾਡਾ ਸੰਸਾਰ ਹੈ।
ਜੋ ਉਪਜਿਆ ਸੋ ਬਿਨ ਸਹਿ ਪਰਵਾਜ ਕੇ ਕਾਲ। ਹੁਣ ਕਿਹਦੇ ਨਾਲ ਜੁੜੀਆਂ ਸੀ? ਝੂਠ ਨਾਲ। ਕਾਹਦੀ ਸਵਾਰੀ ਹੈ ਸਾਡੀ? ਮਨ ਬੁੱਧੀ ਤ੍ਰਿਸ਼ਨਾ ਦੀ, ਅਗਨੀ ਦੀ। ਅਗਨ ਤੇ ਬੈਠੇ ਹੈ। ਇਹ ਮਾਇਆ ਕਹੇ ਜੀ ਹੈ? ਆਪਾਂ ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ, ਮਾਇਆ ਅਗਨ ਇੱਕੋ ਜਿਹੀ ਕਰਤੇ ਖੇਲ ਰਚਾਇਆ। ਕਰਤੇ ਦਾ ਖੇਲ ਹੈ, ਸਾਡਾ ਨਹੀਂ ਹੈਗਾ। ਇਹਨੂੰ ਸਮਝਣ ਅਸੀਂ ਆਏ ਹਾਂ। ਗੁਰ ਕੀ ਮੱਤ ਤੋਂ ਬਿਨਾਂ ਅਸੀਂ ਸਮਝ ਨਹੀਂ ਸਕਦੇ। ਇਹ ਚਾਰ ਯੁੱਗ, ਇਹ ਅਵਸਥਾ ਦੇ ਨਾਂ ਨੇ। ਹੁਣ ਕਲਯੁੱਗ ਹੈ। ਹੁਣ ਕਿੱਥੇ ਬੈਠੇ ਅਸੀਂ? ਅਗਨ ਦੇ ਰਥ ਤੇ ਬੈਠੇ ਹਾਂ। ਅਗਨ ਵਾਂਗੂ ਤਪ ਰਹੇ ਮਨ ਬੁੱਧੀ। ਹਾੜ ਤਪੰਦਾ ਤਿਸ ਲੱਗੇ, 12 ਮਾਹਾਂ 'ਚ ਸਮਝਾਇਆ ਗਿਆ। ਉਹ ਸਾਰਿਆਂ ਨੂੰ ਬ੍ਰਹਮ ਗਿਆਨ 'ਚ ਪਲਟਿਆ ਗਿਆ ਵਾ। 12 ਮਹੀਨਿਆਂ ਨੂੰ, ਤਿੱਥਾਂ ਨੂੰ, 12 ਨੂੰ, ਦਿਨਾਂ ਨੂੰ, ਅੱਖਰਾਂ ਨੂੰ, ਜਿੰਨੀਆਂ ਵੀ ਗਿਣਤੀਆਂ ਸੰਸਾਰ ਨੇ ਕੀਤੀਆਂ, ਸਾਰਿਆਂ ਨੂੰ ਬ੍ਰਹਮ ਗਿਆਨ 'ਚ ਬਦਲ ਕੇ ਸਾਨੂੰ ਸਤਿਗੁਰਾਂ ਨੇ ਸਮਝਾਇਆ। ਇੱਥੇ ਚਾਰ ਯੁੱਗਾਂ ਬਾਰੇ ਆਪਾਂ ਨੂੰ ਸਮਝਾਇਆ। ਯੁੱਗ ਹੁੰਦਾ ਸਮਾਂ। ਇਹ ਜੀਵ ਦੀਆਂ ਅਵਸਥਾ ਦੇ ਨਾਂ ਨੇ। ਜਦੋਂ ਟੁੱਟਦੀਆਂ ਸੱਚਖੰਡ ਤੋਂ ਤ੍ਰੇਤਾ ਆ ਜਾਂਦਾ, ਦੇਵਲੋਕ। ਦੇਵਲੋਕ 'ਚੋਂ ਹੁਕਮ ਹੁੰਦਾ, ਜਦ ਕਿਰਪਾ ਰਹਿਮਤ ਹੁੰਦੀ ਹੈ, ਫਿਰ ਸਾਨੂੰ ਜਨਮ ਹੁੰਦਾ ਸਾਡਾ। ਜੰਮਣਾ ਮਰਨਾ ਹੁਕਮ ਹੈ, ਫਿਰ ਦੁਆਪਰ 'ਚ ਆ ਜਾਂਦੇ ਹਾਂ। ਦੁਆਪਰ ਆ ਗਿਆ। ਗਰਭ ਦੇ ਵਿੱਚ ਇਹਦਾ ਸ਼ਿੰਗਾਰ ਹੁੰਦਾ, ਸੋ ਕਿਉਂ ਮਨੋਂ ਬਸਾਰੀਏ ਜੋ ਮਾਤਾ ਕੀ ਉਦਰ ਮੈਂ ਪਿਤਪਾਲ ਕਰੇ। ਫਿਰ ਜਦੋਂ ਮਾਤਾ ਦੇ ਗਰਭ 'ਚੋਂ ਬਾਹਰ ਆਉਂਦੇ ਹਾਂ, ਮ੍ਰਿਤ ਲੋਕ 'ਚ ਆ ਜਾਂਦੇ ਹਾਂ। ਮਰ ਲਿਖਾਏ ਮੰਡਲ ਮੇ ਆਏ। ਸਾਡਾ ਜਿਹੜਾ ਬਾਇਓ ਡਾਟਾ ਲਿਖਿਆ ਜਾਂਦਾ ਰੋਜ਼। ਰਹਿਰਸ ਵੀ ਆਪਾਂ ਪੜ੍ਹਦੇ ਹਾਂ, ਕੀਰਤਨ ਸੋਲਾ ਵੀ ਕਰਦੇ ਹਾਂ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤਿਲ। ਦੇਖ ਲਓ ਭਾਈ। ਫਿਰ ਹੁਣ ਕਿਹੜੀ ਰਥ 'ਤੇ ਬੈਠੇ ਹਾਂ ਅਸੀਂ? ਮਨ ਬੁੱਧੀ ਅਗਨ ਦੇ ਰਥ 'ਤੇ, ਅਗਨੀ 'ਤੇ ਬੈਠੇ ਹਾਂ। ਤ੍ਰਿਸ਼ਨਾ ਦੀ ਅਗਨੀ ਕਿਵੇਂ ਜਾਊਗੀ? ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੇ, ਪ੍ਰਭ ਕੇ ਸਿਮਰਨ ਸਭ ਕੇ ਸੂਝੇ। ਤ੍ਰਿਸ਼ਨਾ ਕਿਵੇਂ ਜਾਊ? ਸਿਮਰਨ ਨਾਲ। ਸਿਮਰਨ ਕੀ ਹੁੰਦਾ? ਸੋਝੀ। ਸੋਝੀ ਕਿਵੇਂ ਹੋ? ਗੁਰ ਸ਼ਬਦ ਦੀ ਵਿਚਾਰ 'ਚੋਂ ਜਿਹੜਾ ਗਿਆਨ ਪੈਦਾ ਹੁੰਦਾ, ਉਹਨੂੰ ਬਾਣੀ ਵਿੱਚ ਸਿਮਰਨ ਕਿਹਾ ਗਿਆ। ਪ੍ਰਭ ਕੇ ਸਿਮਰਨ ਸਭ ਕੇ ਸੂਝੇ। ਫਿਰ ਸਾਨੂੰ ਸੋਝੀ ਹੁੰਦੀ ਆ। ਉਹੀ ਸਤਿਗੁਰ ਆਪਾਂ ਨੂੰ ਸਮਝਾ ਰਹੇ ਨੇ। ਉਸਤਤ ਕਰੀ ਅਨੇਕ ਜਨ ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨੇਕ ਪ੍ਰਕਾਰ। ਅਨੇਕਾਂ ਵਿਧੀਆਂ ਨਾਲ ਕੁਦਰਤ ਨੇ ਰਚੀ ਹੈ। ਇੱਥੇ ਆਪਣੇ ਚਾਰਾਂ ਯੁੱਗਾਂ ਦੀ ਵੀ ਵਿਚਾਰ ਕੀਤੀ, ਗੁਰੂ ਦੀ ਵੱਤ ਲੈ ਕੇ। ਆਪਾਂ ਜਿਵੇਂ ਜਿਵੇਂ ਆਪਾਂ ਨੂੰ ਗੁਰੂ ਭਗਤ ਸਾਹਿਬਾਨਾਂ ਨੇ ਸਮਝਾਇਆ, ਉਹ ਜਿਹੜੇ ਯੁੱਗਾਂ ਦਾ ਸਾਡੇ ਅੰਦਰ ਭਰਮ ਆ ਵੀ ਹੁਣ ਸਤਿਯੁਗ ਤਾਂ ਹੈ ਹੀ ਨਹੀਂ ਗਾ। ਤ੍ਰੇਤੇ 'ਚ ਰਾਮ ਆਇਆ ਸੀ, ਉਹ ਵੀ ਚਲਿਆ ਗਿਆ। ਦੁਆਪਰ 'ਚ ਕ੍ਰਿਸ਼ਨ ਆਇਆ ਸੀ, ਫਿਰ ਹੁਣ ਕਿਉਂ ਨਹੀਂ ਆਇਆ? ਚਲੋ ਆਪਣਾ ਬਹਿਸ ਦਾ ਵਿਸ਼ਾ ਨਹੀਂ। ਆਪਾਂ ਸਮਝਣਾ ਹੈ। ਆਪਾਂ ਆਇਆ ਸੁਣ ਪੜ੍ਹਨ ਕੋ ਬਾਣੀ, ਨਾ ਵਿਸਾਰ ਲੱਗੇ ਲਾਲਚ ਬਿਰਥਾ ਜਨਮ ਪ੍ਰਾਣੀ। ਸਮਝਣ ਆਇਆ, ਸੁਣਨ ਆਇਆ, ਗੁਰੂ ਤੋਂ ਪੜ੍ਹਨ ਆਇਆ। ਗੁਰੂ ਨੂੰ ਨਹੀਂ ਪੜ੍ਹਾਉਣਾ, ਗੁਰੂ ਨੂੰ ਸੁਣੀਦਾ। ਗੁਰੂ ਵੱਡਾ ਹੁੰਦਾ। ਅਸੀਂ ਤਾਂ ਸਤਿਗੁਰੂ ਨੂੰ ਹੀ ਉਪਦੇਸ਼ ਕਰਦੇ। ਆਪਾਂ ਭਗਤ ਕਬੀਰ ਜੀ ਦਾ ਸਲੋਕ ਲਈਏ। ਕੀ ਸਮਝਾਉਂਦੇ ਆ ਭਗਤ ਕਬੀਰ ਜੀ? ਕਬੀਰ ਔਰੋਂ ਕੋ ਉਪਦੇਸ਼ ਤੇ, ਮੁਖ ਮੇਂ ਪਰ ਹੈ ਰੇਤ, ਰਾਸ ਬਿਗਾਨੀ ਰਾਖਤੇ, ਖਾਇਆ ਕਰ ਕਾ ਖੇਤ। ਅਸੀਂ ਦੂਆਂ ਨੂੰ ਉਪਦੇਸ਼ ਕਰਦੇ ਹਾਂ, ਪਰ ਸਾਡਾ ਜੀਵਨ ਜਾ ਰਿਹਾ ਵਾ। ਦੂਆਂ ਦੀ ਰਾਸ, ਦੂਆਂ ਦਾ ਠੇਕਾ ਲੈਂਦੇ ਅਸੀਂ, ਪਰ ਸਾਨੂੰ ਕੋਈ ਸੋਝੀ ਨਹੀਂ ਹੈਗੀ ਸਾਨੂੰ ਗੁਰੂ ਸਾਹਿਬ ਕੀ ਸਮਝਾ ਰਹੇ ਨੇ। ਅਸੀਂ ਤਿਆਰੀ ਕਰਨੀ ਹੈ। ਸਰਜਾਮ ਲਾਗ ਭਵ ਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਮਾਇਆ ਵਾਲਾ ਸਰੀਰ, ਇਹ ਸਰੀਰ ਨਾਲ ਜੁੜ ਕੇ ਸਾਡਾ ਸਮਾਂ ਜਾ ਰਿਹਾ। ਰੋਜ਼ ਪੜ੍ਹਦੇ ਹਾਂ ਰਹਿਰਸ ਔਧ ਘਟੇ, ਦਿਨ ਸਰਣ ਆਰੇ, ਮਨ ਮਿਲ ਗੁਰ ਕਾ ਸਵਾਰੇ। ਗੁਰ ਤੋਂ ਭਾਵ ਗੁਰ ਸ਼ਬਦ ਦਾ ਗਿਆਨ। ਫਿਰ ਸਾਡਾ ਇਹ ਕਾਜ ਸਵਰਨਾ ਸਵਾਰਨਾ ਸਾਨੂੰ ਆਪ ਹੀ ਪੈਣਾ। ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲੈ ਲੈਣੇ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਦੂਆ ਕਿਵੇਂ ਸਵਾਰੂਗਾ? ਪਿੱਛੇ ਪ੍ਰਚਲਿਤ ਮੱਤਾਂ ਸੀ ਜੋ ਦੇਖਦੇ ਆਏ ਹਾਂ। ਮਾਇਆ ਨਾਲ ਖਰੀਦਣਾ ਚਾਹੁੰਦੇ ਸੀਗੇ, ਬੜੇ ਬੜੇ ਜੱਗ ਕਰਦੇ ਸੀਗੇ। ਉਹ ਸਾਰਾ ਕੁਛ ਤਾਂ ਭਾਈ ਉਹਨੇ ਬਣਾਇਆ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋ ਸਮਝ। ਸਾਰਾ ਕੁਛ ਪਾਣੀ, ਹਵਾ, ਅਗਨੀ, ਸਾਰਾ ਕੁਛ ਤਾਂ ਕੁਦਰਤ ਨੇ ਬਣਾਇਆ। ਸਾਡਾ ਇਹਦੇ ਵਿੱਚ ਕੀ ਆ? ਅਸੀਂ ਕਿਵੇਂ ਦਾਨ ਕਰ ਸਕਦੇ ਹਾਂ? ਅਸੀਂ ਜੇ ਦਾਨ ਪੁੰਨ ਵੀ ਕਰਨਾ ਵਾ ਤਾਂ ਉਹ ਗੁਰ ਕੀ ਮੱਤ ਲੈ ਕੇ ਕਰਨਾ। ਸਾਡੇ ਅੰਦਰ ਹੰਕਾਰ ਨਾ ਪੈਦਾ ਹੋਵੇ। ਸਾਰਾ ਕੁਛ ਤਾਂ ਉਹਨੇ ਬਣਾਇਆ। ਇਹ ਜੀਵ ਤਾਂ ਪ੍ਰਾਹੁਣਾ ਮਸ, ਇਹਦੀ ਖਾਤਰ ਤਾਂ ਸਾਰਾ ਕੁਛ ਉਹਨੇ ਤਿਆਰ ਕਰਕੇ ਰੱਖਿਆ। ਪਹਿਲੇ ਰਿਜ਼ਕ ਉਪਾਹਾ, ਪਹਿਲਾਂ ਰਿਜ਼ਕ ਪੈਦਾ ਕੀਤਾ, ਫਿਰ ਜੀਵ ਪੈਦਾ ਕੀਤਾ ਵਾ। ਫਿਰ ਉਹਨੂੰ ਹੀ ਦਾਨ ਕਰਾਂਗੇ ਅਸੀਂ? ਇਹ ਕਿਵੇਂ ਹੋ ਸਕਦਾ ਵਾ? ਉਹ ਅਸੀਂ ਕਿਉਂ ਕਰਦੇ ਹਾਂ? ਸਾਨੂੰ ਗਿਆਨ ਨਹੀਂ ਹੈਗਾ, ਅੰਨੇ ਅਸੀਂ। ਤੀਰਥ ਵਰਤ ਔਰ ਦਾਨ ਕਰ, ਮਨ ਮੇ ਤਰੇ ਗੁਮਾਨ, ਸਭ ਨੇਫਲ ਜਾਤ ਹੈ ਜੂ ਕੁੰਚਰ ਸਨਾਨ। ਉਹ ਹਾਥੀ ਦੇ ਨਹਾਉਣ ਵਾਲਾ ਕੰਮ, ਨਹਾ ਕੇ ਫਿਰ ਲਿਬੜਨਾ, ਇਹ ਮਨ ਦਾ ਸੁਭਾਅ ਆ। ਸੇਵਾ ਕਰਕੇ ਮੰਗਣਾ ਕੀ ਮਾਇਆ। ਇਹੀ ਕੀਮਤ ਆ ਬਾਣੀ ਦੀ ਭਾਈ। ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੋਟ, ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਏਂਗੇ ਸੂਟ। ਫਿਰ ਨਹੀਂ ਭਾਈ ਸਮਾਂ ਲੱਗਣਾ ਹੈਗਾ। ਕਰ ਬੰਦੇ ਤੂੰ ਬੰਦਗੀ, ਜੇ ਚਿਰ ਕੱਟ ਮੇਸਾ ਹੋਈ। ਮੌਕਾ ਹੁਣ ਆਪਣੇ ਕੋਲੇ, ਆਪਾਂ ਇਹ ਪ੍ਰਾਪਤੀ ਕਰਨੀ ਆ। ਇਹ ਰਚਨਾ ਦੀ ਅਸ਼ਟਪਦੀ ਹੈ ਸਤਿਗੁਰਾਂ ਦੀ। ਆਪਾਂ ਮਤ ਨਾਲ ਆਪਾਂ ਇਹਨੂੰ ਵਿਚਾਰਨਾ ਵਾ। ਪਹਿਲਾਂ ਆਪਾਂ ਨੂੰ ਮਾਇਆ ਦਾ ਗਿਆਨ ਹੋ, ਮਾਇਆ ਦੇ ਪਤੀ ਦਾ ਬਾਅਦ 'ਚ ਹੋਊਗਾ, ਜਿਹਨੇ ਮਾਇਆ ਬਣਾਈ ਹੈ।
ਆਵਣ ਜਾਵਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮੈਂ ਮਾਇਆ ਸਾਰੀ ਆਗਿਆ। ਸਾਡੀ ਆਗਿਆ 'ਚ ਨਹੀਂ ਹੈ, ਵੀ ਸਾਡੀ ਆਗਿਆ 'ਚ ਜਾਂਦੀ ਕਿਉਂ ਹੈ ਫਿਰ? ਇਹ ਸਾਰਾ ਕੁਛ ਉਹਦੀ ਆਗਿਆ 'ਚ, ਪਰ ਸਾਨੂੰ ਗਿਆਨ ਨਾ ਹੋਣ ਕਰਕੇ ਅਸੀਂ ਵਿਰੋਧ ਕਰੀ ਜਾਂਦੇ ਹਾਂ। ਇੱਥੇ ਆਪਾਂ ਚਾਰਾਂ ਯੁੱਗਾਂ 'ਚ ਤਾਂ ਵਿਚਾਰ ਕੀਤੀ, ਆਪਾਂ ਨੂੰ ਸਮਝ ਆਵੇ ਸ੍ਰਿਸ਼ਟੀ ਕਿਵੇਂ ਰਚੀ ਜਾਂਦੀ ਹੈ, ਕਿਵੇਂ ਹੁਕਮ ਹੁੰਦਾ ਹੈ ਕੁਦਰਤ ਦਾ। ਸਾਨੂੰ ਗੁਰੂ ਭਗਤ ਸਾਹਿਬਾਨਾਂ ਨੇ ਜਿੰਨਾ ਸਮਾਇਆ ਉਹਨਾਂ ਦਾ ਵਿਚਾਰ ਆਪਾਂ ਕਰ ਸਕਦੇ ਹਾਂ। ਇੱਥੇ ਆਪਾਂ ਨੂੰ ਸਮਝਾ ਰਹੇ ਨੇ ਰਚਨਾ ਬਾਰੇ, ਕਿਵੇਂ ਕਿਵੇਂ ਰਚੀ। ਹੁਣ ਇੱਥੋਂ ਆਪਾਂ ਇੱਕ ਪਤਾ ਨਾਲ ਹੋਰ ਲੈ ਲੈਂਦੇ ਹਾਂ, ਇਹਦਾ ਵਿਚਾਰ ਕਰਦੇ ਹਾਂ ਆਪਾਂ। ਇਹ ਪਹਿਲੇ ਪਦੇ ਸਤਿਗੁਰ ਕੀ ਸਮਝਾ ਰਹੇ ਨੇ? ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਹਾਰੀ। ਕਰੋੜੀ ਪੂਜਕ ਨੇ, ਧਾਰਮਿਕ ਸਥਾਨਾਂ 'ਤੇ ਪੁਜਾਰੀ ਨੇ, ਉਹੀ ਆਪਣਾ ਜੀਵਨ ਮੰਨਦੇ ਨੇ। ਉਹਨਾਂ ਦੀ ਬੁੱਧੀ ਦਾ ਦਾਇਰਾ ਓਨਾ ਕੀ ਹੈ, ਉੱਥੇ ਹੀ ਰੱਖੇ ਹੋਏ ਨੇ ਕੁਦਰਤ ਨੇ। ਆਪ ਆਪਣੀ ਬੁੱਧ ਹੈ ਜੇਤੀ। ਕਰੋੜੀ ਐਸੇ ਜੀਵ ਨੇ, ਚੰਗਾ ਆਚਰਨ ਵਾਲੇ ਨੇ, ਆਪਦੇ ਆਚਾਰਾਂ ਨੂੰ ਚੰਗਾ ਸਮਝਦੇ ਨੇ, ਉਹ ਵਿਹਾਰ ਕਰਦੇ ਨੇ, ਚੰਗੇ ਆਚਰਨ ਦਾ ਵਿਹਾਰ ਕਰਦੇ ਨੇ। ਉਹ ਵੀ ਕਰੋੜਾਂ 'ਚ ਹੀ ਨੇ। ਕਰੋੜਾਂ ਕਾਹਤੇ ਕਿਹਾ? ਇਹ ਗਿਣਤੀ ਮਿਣਤੀ ਤੋਂ ਪਰੇ ਦਾ ਵਿਸ਼ਾ ਵਾ, ਅਸੀਂ ਤਾਂ ਸਮਝਣਾ ਹੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਕਈ ਕੋਟ ਪਏ ਤੀਰਥ ਵਾਸੀ, ਕਈ ਕੋਟ ਬਨ ਭਰਮੇ ਉਦਾਸੀ। ਕਰੋੜਾਂ ਹੀ ਲੋਕ ਤੀਰਥਾਂ 'ਤੇ ਵਸ ਜਾਂਦੇ ਨੇ, ਦੇਖਦੇ ਹੀ ਆਪਾਂ, ਇੰਨਾ ਗਿਆਨ ਹੁੰਦਾ ਹੈ। ਕਰੋੜਾਂ ਹੀ ਲੋਕ ਨੇ ਜੰਗਲਾਂ 'ਚ ਚਲੇ ਜਾਂਦੇ ਨੇ, ਭਰਮ ਦੇ ਵਿੱਚ ਦਾਸੀਆਂ ਲਾਉਂਦੇ, ਉੱਥੇ ਭਗਤੀਆਂ ਕਰਦੇ ਨੇ ਵੀ ਇੱਥੇ ਕੁਦਰਤ ਮਿਲ ਜੂ, ਸਾਨੂੰ ਕੁਦਰਤ ਦਾ ਦਰਸ਼ਨ ਹੋਊਗਾ। ਕੁਦਰਤ ਬਾਹਰ ਥੋੜ੍ਹੀ ਹੈ, ਇਹ ਮਾਇਆ ਤਾਂ ਕੁਦਰਤ ਨੇ ਬਣਾਈ ਹੈ। ਪਹਿਲਾਂ ਆਪਾਂ ਨੂੰ ਮਾਇਆ ਦਾ ਗਿਆਨ ਹੋਊਗਾ, ਫਿਰ ਮਾਇਆ ਦੇ ਪਤੀ ਦਾ ਗਿਆਨ ਹੋਊਗਾ। ਸਾਨੂੰ ਹਾਲੇ ਤਾਂ ਮਾਇਆ ਦਾ ਹੀ ਨਹੀਂ ਗਿਆਨ ਹੋਇਆ, ਸਿੱਧਾ ਅਸੀਂ ਤਾਂ ਦਰਸ਼ਨ ਭਾਲਦੇ ਹਾਂ। ਫਿਰ ਅਨੇਕਾਂ ਧਰਮਾਂ ਦੇ ਵਿੱਚ ਭਰਮ ਪੈਦਾ ਹੋ ਗਿਆ, ਘਰ-ਬਾਰ ਛੱਡ ਕੇ ਚਲੇ ਗਏ। ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਵਾਏ ਘਰ-ਬਾਰ। ਘਰ-ਬਾਰ ਛੱਡ ਕੇ ਚਲੇ ਜਾਂਦੇ ਸੀਗੇ। ਕਿਹਨੂੰ ਲੱਭਣ? ਪਰਮਾਤਮਾ ਨੂੰ। ਪਰਮਾਤਮਾ ਥੋੜ੍ਹੀ ਖੋਇਆ। ਫਿਰ ਸ੍ਰਿਸ਼ਟੀ ਕਿਵੇਂ ਚੱਲੂਗੀ? ਸਤਿਯੁਗ ਤਾਂ ਚਲਾ ਰਿਹਾ ਸਾਰਾ ਕੁਛ, ਸੱਚਖੰਡ ਹੀ ਚਲਾ ਰਿਹਾ ਵਾ। ਸੱਚਖੰਡ ਦਾ ਹੀ ਕਾਨੂੰਨ ਹੈ ਬਾਣੀ। ਜਿਵੇਂ ਸੰਸਾਰੀ ਕਾਨੂੰਨ ਆ, ਆਪਾਂ ਸੰਸਾਰੀ ਕੋਈ ਬੁਰਾਈਆਂ ਕਰਦੇ ਹਾਂ, ਆਪਾਂ ਨੂੰ ਸਜ਼ਾ ਮਿਲਦੀ ਹੈ, ਭੁਗਤਣੀ ਪੈਂਦੀ ਹੈ। ਇਵੇਂ ਹੀ ਆਤਮਾ ਕਰਕੇ ਹੈ। ਹਾਲੇ ਤਾਂ ਆਪਣਾ ਸੰਸਾਰੀ ਜਿਹੜਾ ਹੈਗਾ ਇਹੀ ਛੁਟਕਾਰਾ ਨਹੀਂ ਹੋਇਆ, ਭਗਤ ਅਸੀਂ ਪਹਿਲਾਂ ਬਣ ਜਾਂਦੇ ਹਾਂ। ਗੁਣ ਸਾਡੇ 'ਚ ਕੋਈ ਨਹੀਂ, ਨਿਰਭਉ ਨਹੀਂ ਹੋਏ, ਭੈ ਤੋਂ ਮੁਕਤ ਨਹੀਂ ਹੋਏ, ਨਿਰਵੈਰ ਨਹੀਂ ਹੋਏ, ਸੰਸਾਰ ਨਾਲ ਵਿਰੋਧ ਸਾਡਾ ਨਹੀਂ ਗਿਆ। ਕਾਲ ਕਿਵੇਂ ਛੱਡੂਗਾ? ਅਜੂਨੀ ਸਰੀਰ ਤੋਂ ਕਿਵੇਂ ਨਿਕਲਾਂਗੇ? ਇਹ ਚਾਰੇ ਗੁਣਾਂ ਦੀ ਪ੍ਰਾਪਤੀ ਕਰਨੀ ਸੀ, ਭਗਤ ਅਸੀਂ ਪਹਿਲਾਂ ਬਣ ਜਾਂਦੇ ਹਾਂ। ਰੋਜ਼ ਪੜ੍ਹਦੇ ਵੀ ਹਾਂ ਰਹਿ ਰਸ, ਜਿਨ ਹਰ ਨਿਰਭਉ ਧਿਆਇਆ ਤੈਨ ਟੂਟੀ ਚਮਕੀ ਫਾਸੀ। ਹਲੇ ਜਮਾ ਨਹੀਂ ਛੱਡਿਆ ਨਹੀਂ, ਭਗਤ ਅਸੀਂ ਕਿੱਥੋਂ ਬਣ ਗਏ? ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਕੋਈ ਨਹੀਂ, ਭਗਤ ਫਿਰ ਅਸੀਂ ਹੈਗੇ ਹਾਂ। ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ, ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਫਿਰ ਹੁਕਮ ਕਰੀ ਜਾਂਦੇ ਹਾਂ। ਅਗਿਆਨੀ ਅਸੀਂ, ਉਹੀ ਤਾਂ ਸਜ਼ਾ ਮਿਲਦੀ ਹੈ ਸਾਨੂੰ। ਕੀ ਮੰਗਣਾ? ਨਾਮ। ਮੰਗਦੇ ਕੀ ਹੈ? ਦੁੱਖ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਫਿਰ ਦੁੱਖ 'ਚੋਂ ਥੋੜ੍ਹੀ ਸਾਨੂੰ ਸਮਝ ਗਿਆਨ ਪੈਦਾ ਹੋਊਗਾ। ਦੁੱਖ 'ਚ ਤਾਂ ਅਸੀਂ ਵਿਆਕਲ ਰਹਾਂਗੇ। ਦੇ ਨਾਮ ਸੰਤੋਖੀ, ਉਤਰੇ ਮਨ ਕੀ ਭੁੱਖੀ। ਨਾਮ ਦੀ ਅਰਦਾਸ ਕਰਨੀ ਹੈ, ਉਹ ਕਿਵੇਂ ਕਰਾਂਗੇ? ਸਾਨੂੰ ਗਿਆਨ ਨਹੀਂ ਹੈਗਾ। ਜਦੋਂ ਗੁਰ ਸ਼ਬਦ 'ਚੋਂ ਸਾਨੂੰ ਗਿਆਨ ਹੁੰਦਾ, ਫਿਰ ਸਾਡੀ ਅਰਦਾਸ ਪੂਰੀ ਹੁੰਦੀ ਹੈ। ਫਿਰ ਉਹ ਜੀਵ ਪਾਰ ਨਿਕਲ ਜਾਂਦਾ ਹੈ। ਬਿਰਥੀ ਨਾ ਹੋਏ ਜਨ ਕੀ ਅਰਦਾਸ। ਜਨ ਹੁੰਦਾ ਜਾਣਕਾਰ, ਜਿਹੜੇ ਸਮਝ ਲੈਂਦੇ ਨੇ। ਧੰਨ ਧੰਨ ਜਨ ਆਇਆ, ਜਹ ਪ੍ਰਸਾਦ ਸਭ ਜਗਤ ਤਰਾਇਆ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਇਹ ਜਾਣਕਾਰੀ ਕਿਤੋਂ ਮਿਲਣੀ? ਆਪਾਂ ਨੂੰ ਗੁਰੂ ਤੋਂ। ਫਿਰ ਆਪਾਂ ਜਨ ਬਣਾਂਗੇ। ਹਰ ਹੀਰਾ ਜਨ ਜੌਹਰੀ, ਫਿਰ ਪਾਰਖੂ ਹੋਵਾਂਗੇ ਆਪਾਂ। ਫਿਰ ਅਰਦਾਸ ਕਰਾਂਗੇ, ਫਿਰ ਆਪਣੀ ਅਰਦਾਸ ਪਾਰ ਜਾਊਗੀ। ਬਿਰਥੀ ਨਾ ਹੋਏ ਜਨ ਕੀ ਅਰਦਾਸ। ਕਈ ਕੋਟ ਬਨ ਭਰਮੇ ਉਦਾਸੀ। ਭਰਮ ਪੈ ਗਿਆ। ਜਿੰਨੇ ਧਰਮ ਕਰਮ ਪਿੱਛੇ ਕੀਤੇ, ਸਾਰੇ ਸਰੀਰ ਕਰਕੇ ਆਪਦੇ ਆਪ ਨੂੰ ਪਿਛਲੀ ਅਸ਼ਟਪਦੀ ਆਪਾਂ ਵਿਚਾਰੀ। ਅਪਰਸ ਵੀ ਬਣ ਗਏ, ਪੰਡਿਤ ਵੀ ਬਣ ਗਏ, ਵੈਸ਼ਨੂੰ ਵੀ ਬਣ ਗਏ, ਭਗਵਤੀ ਵੀ ਬਣ ਗਏ, ਸਰੀਰ ਕਰਕੇ। ਆਤਮਾ ਤੋਂ ਕੋਰੇ ਰਹਿ ਗਏ। ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ। ਇਹੀ ਤਾਂ ਪ੍ਰਾਪਤੀ ਕਰਨੀ ਹੈ ਆਪਾਂ। ਘਰ-ਬਾਰ ਛੱਡ ਕੇ ਚਲੇ ਜਾਂਦੇ ਸੀ ਜੰਗਲਾਂ 'ਚ। ਕਈ ਕੋਟ ਬਨ ਭਰਮੇ ਉਦਾਸੀ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ। ਸੰਸਾਰੀ ਜਿੰਨੇ ਗਿਆਨ ਨੇ, ਵੇਦ ਤੋਂ ਭਾਵ ਗਿਆਨ, ਉਹਨਾਂ ਨਾਲ ਜੁੜ ਜਾਂਦੇ ਨੇ। ਕੁਦਰਤ ਦੀ ਬਜਾਏ ਉਹਨਾਂ ਨਾਲ ਜੁੜ ਜਾਂਦੇ ਨੇ। ਉਹ ਦੋਸ਼ੀ ਨੇ, ਸਜ਼ਾ ਮਿਲਦੀ ਹੈ ਉਹਨਾਂ ਨੂੰ। ਕੁਦਰਤ ਨਾਲ ਜੋੜਨਾ ਆਪਾਂ ਪਹਿਲਾਂ, ਫਿਰ ਸੰਗਤ ਨੂੰ ਵੀ ਕੁਦਰਤ ਨਹੀਂ, ਹੁਕਮ ਨਾਲ ਜੋੜਨਾ, ਗੁਰੂ ਨਾਲ ਜੋੜਨਾ। ਜਿਹੜੇ ਆਪਦੇ ਨਾਲ ਜੋੜਦੇ ਨੇ, ਉਹ ਦੋਸ਼ੀ ਨੇ। ਫਿਰ ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਦਿਖਲਾਏਗਾ। ਸਾਨੂੰ ਹਿਸਾਬ ਦੇਣਾ ਪਊਗਾ। ਫਿਰ ਲੇਖਾ ਤਾਂ ਅਸੀਂ ਮੁਕਾਉਣਾ ਹੈ, ਵਧਾ ਲਿਆ। ਅਮਲ ਸਰਾਨੋ ਲੇਖਾ ਦੇਣਾ, ਆਏ ਜਮਦੂਤ ਕਠਨ ਲੈਣਾ। ਅਮਲ ਨਹੀਂ ਕੀਤਾ ਅਸੀਂ ਆ ਕੇ ਇੱਥੇ,
ਲੇਖਾ ਤਾਂ ਹੋਰ ਵਧਾ ਲਿਆ। ਉਹਨਾਂ ਨੇ ਜੁੜ ਜਾਂਦੇ ਨੇ। ਆਪ ਡੁੱਬੇ ਚਹੁ ਵੇਦ ਮੇ ਚੇਲੇ ਦੀਏ ਬਾਏ, ਆਪ ਵੀ ਡੁੱਬ ਜਾਂਦੇ, ਨਾਲ ਚੇਲਿਆਂ ਨੂੰ ਵੀ ਲੈ ਜਾਂਦੇ ਨੇ। ਕਈ ਕੋਟ ਵੇਦ ਕੇ ਸਰੋਤੇ, ਫਿਰ ਉਹਨਾਂ ਦੇ ਸਰੋਤੇ ਬਣ ਜਾਂਦੇ, ਉਹਨਾਂ ਨੂੰ ਰੱਬ ਮੰਨਣ ਲੱਗ ਜਾਂਦੇ ਨੇ। ਉਹਨਾਂ ਦੀ ਬੁੱਧੀ ਦਾ ਦਾਇਰਾ ਹੀ ਉਹਨਾਂ ਕਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਈ ਕੋਟ ਤਪੀਸੁਰ ਹੋਤੇ, ਕਈ ਕੋਟ ਤਪੀਸੁਰ ਤੋਂ ਭਾਵ ਆਪਦੇ ਆਪ ਨੂੰ ਤਪੀ ਦੇਵਤੇ ਕਹਾਉਂਦੇ ਨੇ। ਇਹ ਵੀ ਕਰੋੜਾਂ 'ਚ ਨੇ। ਆਪਦੀ ਮੱਤ ਨਾਲ ਹੀ ਗਿਆਨ ਨਹੀਂ ਉਹ 'ਚੋਂ ਪੈਦਾ, ਹੰਕਾਰ ਪੈਦਾ ਹੋ ਗਿਆ। ਸਤਿਗੁਰ ਕੀ ਸਮਝਾਉਂਦੇ ਆ, ਅਨਕ ਤਪੱਸਿਆ ਕਰੇ ਹੰਕਾਰ। ਉਹ 'ਚੋਂ ਕੀ ਪੈਦਾ ਹੋਇਆ, ਹੰਕਾਰ ਪੈਦਾ ਹੋ ਗਿਆ। ਹੰਕਾਰ ਤਾਂ ਮਾਰਨਾ ਸੀਗਾ। ਹੰਕਾਰ ਮਰੇ ਤੋਂ ਬਿਨਾਂ ਆਪਾਂ ਨੂੰ ਕਿਵੇਂ ਸਮਝ ਆਊਗੀ। ਸਤਿਗੁਰਾਂ ਦੇ ਵਚਨ ਲਈ ਆਪਾਂ, ਹਉਮੈ ਬੂਝੇ ਤਾਂ ਦਰ ਸੂਝੇ, ਗਿਆਨ ਵਿਹੂਣਾ ਕਤ ਕਤ ਲੂਝੇ। ਗਿਆਨ ਤੋਂ ਬਿਨਾਂ ਅਸੀਂ ਅੰਨੇ ਆ ਭਾਈ, ਸਾਡੇ ਅੰਦਰੋਂ ਹਉਮੈ ਨਹੀਂ ਜਾਂਦੇ, ਗਿਆਨ ਨਾਲ ਹਉਮੈ ਜਾਂਦੀ ਹੈ। ਫਿਰ ਸਾਨੂੰ ਦਰਗਾਹ ਦੀ, ਆਪਦੇ ਦਰ ਦੀ, ਦੇਵਲੋਕ ਦੀ, ਜਿੱਥੋਂ ਅਸੀਂ ਆਏ ਹਾਂ, ਸੱਚਖੰਡ ਦੀ ਨਹੀਂ, ਜਿੱਥੋਂ ਅਸੀਂ ਦੇਵਲੋਕ 'ਚੋਂ ਆਏ ਹਾਂ। ਸੱਚਖੰਡ ਅੱਗੇ ਆ, ਫਿਰ ਉਹ ਤੋਂ ਬਾਅਦ ਉਹ ਨਾਮ ਹੈ। ਫਿਰ ਉਹ ਭਗਤੀ ਤੋਂ ਬਾਅਦ ਦਰਸ਼ਨ ਹੁੰਦਾ ਨਾਮ ਦਾ, ਹੁਕਮ ਦਾ। ਫਿਰ ਉਹ ਪ੍ਰਾਪਤੀ ਸਾਨੂੰ ਹੁੰਦੀ ਹੈ। ਉਹਨਾਂ ਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ, ਆਪਦੇ ਆਪ ਨੂੰ ਬੜੇ ਦੇਵਤੇ ਕਹਾਉਣ ਲੱਗ ਜਾਂਦੇ। ਆਪਾਂ ਵੀ ਕਹਿੰਦੇ ਤਪੋਵਾਨਾ ਜੀ, ਫਲਾਨਾ ਇੱਥੇ ਭਗਤੀ ਕਰਦੇ। ਉਹ ਸਰੀਰ ਕਰਕੇ ਕਰਦੇ ਨੇ। ਸਰੀਰ ਕਰਕੇ ਜਿਹੜੀਆਂ ਭਗਤੀਆਂ ਅਸੀਂ ਕੀਤੀਆਂ, ਉਹ 'ਚੋਂ ਹੰਕਾਰ ਹੀ ਪੈਦਾ ਹੋਇਆ, ਗਿਆਨ ਤਾਂ ਹੋਇਆ ਨਹੀਂ। ਅੱਗੇ ਸਤਿਗੁਰ ਕੀ ਸਮਝਾਉਂਦੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਾਵ ਵਿਚਾਰੇ। ਕਵਿਤਾ ਰਾਹੀਂ ਕਵੀ ਉਹ ਵੀ ਵਿਚਾਰਦੇ ਨੇ ਆਪਦੀ ਬੁੱਧੀ ਦੇ ਦਾਇਰੇ ਨਾਲ। ਕਰੋੜਾਂ ਨੇ ਆਤਮਾ ਦਾ ਧਿਆਨ ਧਰਦੇ, ਮਨ ਨੂੰ ਖੋਜ ਕਰਦੇ ਆ, ਉਹਨੂੰ ਵਿਚਾਰਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ। ਕਰਤੇ ਦਾ ਸਾਨੂੰ ਫਿਰ ਵੀ ਨਹੀਂ ਪਤਾ ਲੱਗਦਾ। ਕਿੱਡੀ ਵੱਡੀ ਸ੍ਰਿਸ਼ਟੀ ਹੋ ਗਈ, ਵਿਸ਼ਵ ਕਿੱਡਾ ਹੋ ਗਿਆ। ਸਾਰੇ ਖੋਜ 'ਚ ਲੱਗੇ ਨੇ, ਵਿਗਿਆਨੀ ਨਵੇਂ ਨਵੇਂ ਖੋਜ ਕਰਦੇ ਨੇ, ਫਿਰ ਵੀ ਕਰਤੇ ਦਾ ਸਾਨੂੰ ਪਤਾ ਨਹੀਂ ਲੱਗਦਾ ਹੈਗਾ। ਪਰ ਜੇ ਆਪਾਂ ਕਰਤੇ ਪੁਰਖ ਦੀ ਬਾਣੀ ਨਾਲ ਜੁੜਾਂਗੇ ਤਾਂ ਆਪਾਂ ਨੂੰ ਸਾਰੀ ਇਹ ਖੇਲ ਸਮਝ ਆ ਜਾਣੀ ਹੈ। ਇਹ ਰਚਨਾ ਬਾਰੇ ਆਪਾਂ ਨੂੰ ਸਤਿਗੁਰਾਂ ਤੋਂ ਹੀ ਪਤਾ ਲੱਗਣਾ, ਬਾਣੀ ਰਾਹੀਂ ਹੀ ਪਤਾ ਲੱਗਣਾ ਆਪਾਂ ਨੂੰ। ਪਰ ਆਪਾਂ ਆਪਣੀ ਮੱਤ ਨਾਲ ਇਹਨੂੰ ਸਮਝਣਾ ਚਾਹੁੰਦੇ ਹਾਂ। ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਹੈਗਾ ਭਾਈ। ਇਹ ਨਿਰਾਕਾਰ ਭਾਵ ਆਕਾਰ ਤੋਂ ਰਹਿਤ ਤੋਂ ਧਿਆਨ ਦੀ ਦੁਨੀਆ, ਉੱਥੇ ਜਾਣਾ ਆਪਾਂ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਕ ਉਜਲੇ ਕੀਤੀ ਛੁੱਟੀ। ਨਾਲ ਐਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ। ਉਹ ਧਿਆਨ ਕਿਵੇਂ ਲੱਗੂਗਾ, ਪਹਿਲਾਂ ਗਿਆਨ ਹੋ। ਬਾਣੀ ਸਾਨੂੰ ਗਿਆਨ ਕਰਾਉਂਦੀ ਆ, ਉਹ ਧਿਆਨ ਦੀ ਦੁਨੀਆ ਦਾ ਗਿਆਨ ਹੀ ਫਿਰ ਧਿਆਨ ਬਣ ਜਾਂਦਾ। ਧਿਆਨ ਨਾਲ ਫਿਰ ਇਹ ਗੱਲ ਬੁੱਝਣੀ ਹੈ, ਫਿਰ ਬੁੱਝਣ ਵਾਲੀ ਰਹਿ ਜਾਂਦੀ। ਉਹ ਸਾਡਾ ਧਿਆਨ ਲੱਗਦਾ ਵਾ, ਬੁੱਝ ਕੇ ਕੀ ਸਮਝਾਉਣੀ ਹੁੰਦੀ, ਉਹੀ ਸੇਵਾ ਵਾ। ਪਰ ਹੁਣ ਅਸੀਂ ਬੁੱਝ ਨਹੀਂ ਸਕਦੇ। ਕਹਾਂ ਬੁਝਾਰਤ ਬੁੱਝੇ ਢੋਰਾ, ਡੰਗਰ ਮਨ ਹੈ ਸਾਡਾ, ਬੁੱਧੀ ਤਾਂ ਹੈ ਨਹੀਂ ਸਾਡੇ ਕੋਲੇ। ਨਿਸਕਈਏ ਤਾਂ ਸਮਝੇ ਭੋਰਾ। ਬਾਣੀ ਸਾਨੂੰ ਸਮਝਾਉਂਦੀ, ਸੁੱਤਾ ਪਿਆ ਤੇਰੀ ਰਾਤ ਆ, ਕਹਿੰਦਾ ਨਹੀਂ ਦਿਨ ਚੜ੍ਹ ਗਿਆ, ਅੰਮ੍ਰਿਤ ਵੇਲਾ ਹੋ ਗਿਆ ਮੇਰਾ। ਇਹ ਸੰਸਾਰ ਨਾਲ ਜੁੜ ਗਏ, ਸੰਸਾਰੀ ਅੰਮ੍ਰਿਤ ਵੇਲਾ ਪਾਈ। ਆਤਮਾ ਦਾ ਅੰਮ੍ਰਿਤ ਵੇਲਾ ਹੋਣਾ ਵਾ। ਜਦੋਂ ਆਤਮਾ ਜਾਗਦੀ ਹੈ, ਉਹ ਤਾਂ ਗੁਰ ਕਿਰਪਾ ਤੈਸੀ ਜਨ ਜਾਗੇ ਬੋਲੇ ਅੰਮ੍ਰਿਤ ਬਾਣੀ। ਉਹ ਤਾਂ ਅੰਮ੍ਰਿਤ ਬਾਣੀ ਬੋਲਦੇ ਆ, ਉਹ ਤਾਂ ਬਾਣੀ ਗਾਉਂਦੇ ਆ, ਉਹਦਾ ਗੁਰੂ ਦਾ ਜਸ ਗਾਉਂਦੇ ਆ। ਉਹੀ ਸਤਿਗੁਰ ਸਮਝਾਉਂਦੇ ਨੇ, ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ। ਇੱਥੇ ਇੱਕ ਪਦਾ ਹੋ ਗਿਆ, ਸਲੋਕ ਨਾਲ ਆਪਾਂ ਵਿਚਾਰੇ, ਯੁੱਗ ਵੀ ਵਿਚਾਰੇ, ਸਮਾਂ। ਜਪਜੀ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਤਿੱਥ ਵਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋ। ਜਿਹਨੇ ਸਾਜੀ ਹੈ ਭਾਈ, ਉਹੀ ਜਾਣਦਾ। ਆਪਾਂ ਉਹਦੇ ਚਰਨਾਂ 'ਚ ਪਹੁੰਚਣਾ ਆਪਾਂ। ਬਾਣੀ ਕੀ ਹੈ, ਬਾਣੀ ਗੁਰ ਕੇ ਚਰਨ ਹੈ। ਗੁਰ ਕੇ ਚਰਨ ਬਸੇ ਮੇਰੇ ਹੀ ਅਰੇ, ਸੰਗ ਪੁਨੀਤਾ ਦੇ। ਜਿਹੜੀ ਅੰਦਰਲੀ ਦੇਹੀ ਹੈ ਸਾਡੀ, ਪੁਨੀਤ ਦੇਹੀ, ਉੱਥੇ ਪਹੁੰਚਣਾ ਅਸੀਂ। ਆਹ ਬਾਹਰਲੀ ਦੇਹੀ ਹੈ, ਉਹ ਦੇਹੀ ਖਾਤਰ ਤਾਂ ਸਾਨੂੰ ਇਹ ਦੇਹੀ ਮਿਲੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀ। ਉਹੀ ਤਾਂ ਭਗਤੀ ਕਰਨੀ ਹੈ, ਤਿਆਗ ਕਰਨਾ, ਉੱਥੇ ਪਹੁੰਚਣਾ ਆਪਾਂ। ਆਪਦੀ ਮੱਤ ਨਾਲ ਉੱਥੇ ਪਹੁੰਚ ਨਹੀਂ ਸਕਦੇ ਆਪਾਂ। ਉਹ ਪ੍ਰੀਤਮ ਹੈ ਹਰ, ਉਹ ਜੰਮਣ ਮਰਨ 'ਚ ਤੋਂ ਪਰੇ ਹੈ, ਜੰਮਣ ਮਰਨ 'ਚ ਨਹੀਂ ਆਉਂਦਾ ਹੈਗਾ। ਸਤਿਗੁਰ ਮੇਰਾ ਸਦਾ ਸਦਾ, ਉਹ ਆਵੇ ਨਾ ਜਾਈ, ਉਹ ਵਿਨਾਸੀ ਪੁਰਖ ਹੈ, ਸਭ ਮੇਰੇ ਆ ਸਮਾਈ। ਸਾਰਿਆਂ ਦੇ ਵਿੱਚ ਉਹਦੀ ਕਿਰਪਾ ਨਾਲ ਸਾਡਾ ਹਾਰਟ ਚੱਲਦਾ ਵਾ। ਅਸੀਂ ਸਰੀਰ ਕਰਕੇ ਸਤਿਗੁਰ ਵੀ ਬਣ ਜਾਂਦੇ ਹਾਂ। ਉਹ ਕੀ ਸਾਡਾ ਭਰਮ ਆ। ਉੱਥੇ ਕਿਵੇਂ ਪਹੁੰਚਾਂਗੇ, ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦਾ ਗਿਆਨ ਸਾਨੂੰ ਮਾਇਆ ਪਾਰ ਕਰਾ ਕੇ ਪ੍ਰੀਤਮ ਦਾ ਦਰਸ਼ਨ ਕਰਾਉਂਦਾ ਹੈ। ਜਦੋਂ ਇੱਕ ਹੋ ਜਾਂਦੀ ਆਤਮਾ ਪ੍ਰਾਤਮਾ, ਉਸ ਤੋਂ ਬਾਅਦ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ। ਅਸੀਂ ਦੇਵਲੋਕ ਫਿਰ ਚਲੇ ਜਾਂਦੇ ਹਾਂ। ਹੁਣ ਅਸੀਂ ਦੇਵਲੋਕ ਤੋਂ ਆਏ ਹਾਂ, ਜੇ ਸਾਨੂੰ ਗਿਆਨ ਨਾ ਹੋਇਆ, ਮੁਕਤੀ ਨਾ ਮਿਲੀ, ਦੇਵਲੋਕ ਨਹੀਂ ਜਾ ਸਕਦੇ। ਫਿਰ ਸਾਨੂੰ 84 ਲੱਖ ਜੂਨੀ ਜੰਮਣ ਮਰਨ ਨੂੰ ਜਾਣਾ ਪਊਗਾ। ਅਸੀਂ ਦੇਵਲੋਕ ਪਹੁੰਚਣਾ ਹੈ। ਜਿਨੀ ਨਾਮ ਧਿਆਇਆ, ਜਿਹਨਾਂ ਨੂੰ ਗਿਆਨ ਹੋ ਗਿਆ, ਉਹਨਾਂ ਦਾ ਧਿਆਨ ਲੱਗ ਗਿਆ, ਉਹ ਆਪਦੇ ਘਰ ਪਹੁੰਚ ਜਾਂਦੇ ਨੇ।
ਉਹੀ 10ਵਾਂ ਦੁਆਰ, ਉਹੀ ਤਾਂ ਦੇਵ ਲੋਕ, ਉਹੀ ਤਾਂ ਦਰਗਾਹ, ਉਹੀ ਤਾਂ ਉਹਦਾ ਦਰ ਹੈ। ਉੱਥੇ ਬਹਿ ਕੇ ਤਾਂ ਉਹਦੀ ਭਗਤੀ ਕਰਨੀ। ਉੱਥੋਂ ਲੋਕ ਪਰਲੋਕ ਦੋਨੇ ਹੀ ਦਿੰਦੇ ਨੇ। ਫਿਰ ਤੁਰਕੀ ਬਾਣੀ ਸਾਨੂੰ ਸੁਣਦੀ ਹੈ, ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਫਿਰ ਸਾਡੀ ਜਿਹੜੀ ਚਿੰਤਾ ਸੰਸਾਰ 'ਚ ਛੁਟਕਾਰਾ ਸਾਡਾ ਇੱਥੋਂ ਹੋ ਜਾਂਦਾ, ਪਰ ਨਾਮ ਦੀ ਚਿੰਤਾ ਰਹਿੰਦੀ ਹੈ। ਜਦ ਤੱਕ ਨਾਮ ਨਹੀਂ ਪ੍ਰਗਟ ਹੁੰਦਾ, ਹੁਕਮ ਦਾ ਦਰਸ਼ਨ ਨਹੀਂ ਹੁੰਦਾ, ਜਦ ਤੱਕ ਸਾਡੀ ਭਗਤੀ ਪੂਰੀ ਨਹੀਂ ਹੁੰਦੀ। ਉਹੀ ਤਾਂ ਆਪਾਂ ਕਰਨੀ, ਉਹੀ ਤਾਂ ਤਿਆਗ ਕਰਨਾ ਆਪਾਂ। ਆਓ ਸਾਰੇ ਇਹਨੂੰ ਮਿਲ ਕੇ ਵਿਚਾਰੀਏ ਆਪਾਂ। ਇਹ ਜੋ ਗੁਰ ਸ਼ਬਦ 'ਚੋਂ ਆਪਾਂ ਨੂੰ ਗਿਆਨ ਪੈਦਾ ਹੋਊਗਾ। ਉਹ ਗਿਆਨ ਨਾਲ ਸਾਰੀ ਆਪਾਂ ਨੂੰ ਖੇਲ ਸਮਝ ਆਉਣੀ ਹੈ। ਕਿਵੇਂ ਕਿਵੇਂ ਰਚਨਾ ਰਚੀ ਗਈ ਹੈ, ਕਿਵੇਂ ਕਿਵੇਂ ਜੀਵ ਆਉਂਦਾ, ਕਿਵੇਂ ਕਿਵੇਂ ਜਾਊਗਾ। ਇਹਦੀ ਖਾਤਰ ਆਪਾਂ ਨੂੰ ਇਹ ਮਨੁੱਖਾ ਦੇਹ ਮਿਲੀ ਹੈ। ਜੇ ਆਪਾਂ ਹੁਣ ਚੁੱਕ ਗਏ, ਫਿਰ ਆਪਾਂ ਨੂੰ ਜੰਮਣ ਮਰਨ ਨੂੰ ਜਾਣਾ ਪਊਗਾ। ਜੋ ਨਾਰੇ ਪੌੜੀ 'ਤੇ ਚੁੱਕ ਗਏ, ਜੇ ਚੁੱਕ ਗਏ ਫਿਰ ਆਪਾਂ ਜੰਮਣ ਮਰਨ ਨੂੰ ਚਲੇ ਜਾਵਾਂਗੇ। ਬਹੁਤ ਸਜਾਏ ਪਿਆ ਦੇਸ ਲੰਮੇ, ਫਿਰ ਲੰਬੀ ਸਜ਼ਾ। ਭਗਤ ਕਬੀਰ ਜੀ ਤਾਂ ਐਂ ਸਮਝਾਉਂਦੇ ਨੇ, ਜਨ ਭਗਤਨ ਕਾ ਕਿਹਾ ਨਾ ਮਾਨਿਓ, ਕੀ ਉਹ ਆਪਣਾ ਪਾਈ ਹੈ, ਪਾਈ ਫਿਰ ਆਪਦਾ ਕਰਿਆ ਪਾਉਂਗੇ। ਜੇ ਹੁਣ ਇਹ ਪ੍ਰਾਪਤੀ ਨਾ ਕੀਤੀ, ਸਾਡਾ ਜੀਵਨ ਐਵੇਂ ਚਲਿਆ ਜਾਣਾ। ਪਈ ਪ੍ਰਾਪਤ ਮਾਨੁਕ ਦੇ ਹੋਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ। ਬੇੜਾ ਭਾਈ ਗੋਬਿੰਦ ਦਾ ਦਰਸ਼ਨ ਕਰਨਾ ਹੈ, ਗੋਬਿੰਦ 'ਚ ਲੈ ਹੋਣਾ। ਕਿਵੇਂ ਹੋਵਾਂਗੇ? ਮਲੀਨ ਆਤਮਾ ਕਿਵੇਂ ਹੋ ਸਕਦੀ ਹੈ? ਮਨ ਧੋਵੋ ਗੁਰ ਸ਼ਬਦ ਲਓ, ਗੁਰ ਸ਼ਬਦ ਦੀ ਕਮਾਈ ਕਰਨੀ ਹੈ। ਮਨ ਨੂੰ ਸ਼ੁੱਧ ਕਰਕੇ ਮਨ ਬੁੱਧੀ ਨੇ ਫਿਰ ਉਹ 'ਚ ਲੈ ਹੋਣਾ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰਦੇ ਰਹੀਏ, ਲੱਗੇ ਰਹੀਏ, ਔਰ ਕੰਮਕਾਰ 'ਚ ਵੀ ਧਿਆਨ ਰੱਖੀਏ। ਆਤਮਾ ਕਾਮ ਕਰ ਚੇਤਨ ਰੰਜਨ ਨਾਲ, ਫਿਰ ਸਾਨੂੰ ਇਹ ਪ੍ਰਾਪਤੀ ਹੋਊਗੀ। ਇਹ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਕਿਰਪਾ ਰਹਿਮਤ ਹੋਊਗੀ ਉਹਨਾਂ 'ਤੇ ਜਿਹੜੇ ਗੁਰੂ ਦੇ ਦਰਸਾਏ ਰਾਹ 'ਤੇ ਚੱਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।